ਦੋਸਤੋ ਵੈਸੇ ਤਾਂ ਦੁਨੀਆ ਤੇ ਬਹੁਤ ਤਾਨਾਸ਼ਾਹ ਹੋਏ ਹਨ। ਹਿਟਲਰ, ਸੱਦਾਮ ਹੁਸੈਨ, ਕਰਨਲ ਗਦਾਫੀ ਤੇ ਹੋਰ ਵੀ ਬਹੁਤ ਸਾਰੇ। ਪਰ ਜਿਸ ਤਾਨਾਸ਼ਾਹ ਦੀ ਅਸੀਂ ਅੱਜ ਗੱਲ ਕਰਨੀ ਹੈ ਉਹ ਇਹਨਾਂ ਸਭ ਤੋਂ ਕਿਤੇ ਵੱਧ ਖਤਰਨਾਕ ਤੇ ਕਰੂਰ ਸੀ। ਜਿਸ ਤਾਨਾਸ਼ਾਹ ਦੀ ਅੱਜ ਗੱਲ ਕਰਨੀ ਹੈ ਉਹ ਇੱਕ ਆਦਮਖੋਰ ਤਾਨਾਸ਼ਾਹ ਦੀ ਕਹਾਣੀ ਹੈ। ਗੱਲ ਕਰਾਂਗੇ ਯੁਗਾਂਡਾ ਦੇ ਕਰੂਰ ਸ਼ਾਸਕ ਈਦੀ ਅਮੀਨ ਦੀ, ਜੋ ਆਪਦੇ ਦੇਸ਼ ਵਿੱਚ ਆਪਣੇ ਆਪ ਨੂੰ ਦਾਦਾ ਕਹਾਉਣਾ ਪਸੰਦ ਕਰਦਾ ਸੀ। ਈਦੀ ਅਮੀਨ ਦਾ ਜਨਮ ਉੱਤਰੀ ਯੁਗਾਂਡਾ ਦੇ ਕੋਬੋਕੋ ਨਾਮ ਦੇ ਸ਼ਹਿਰ ਸਾਲ 1925 ਈਸਵੀ ਵਿੱਚ ਹੋਇਆ। ਇਹ ਇੰਨੇ ਗਰੀਬ ਤੇ ਬੈਕਵਰਡ ਪਰਿਵਾਰ ਤੋਂ ਸੰਬੰਧ ਰੱਖਦਾ ਸੀ ਜਿਸ ਕਰਕੇ ਕਿਸੇ ਨੂੰ ਵੀ ਇਸ ਦੀ ਸਹੀ ਜਨਮ ਤਾਰੀਖ ਵੀ ਨਹੀਂ ਪਤਾ ਤੇ ਇਸ ਨੇ ਆਪਦੀ ਕਦੇ ਆਟੋਬਾਇਓਗ੍ਰਾਫੀ ਵੀ ਨਹੀਂ ਲਿਖੀ, ਜਿਸ ਕਰਕੇ ਕਿਸੇ ਵੀ ਗੱਲ ਨੂੰ ਚੰਗੀ ਤਰ੍ਹਾਂ ਸਹੀ ਨਹੀਂ ਕਿਹਾ ਜਾ ਸਕਦਾ। ਜੋ ਚੀਜ਼ਾਂ ਰਿਕਾਰਡ ਵਿੱਚ ਹਨ ਉਸੇ ਨੂੰ ਹੀ ਸਹੀ ਮੰਨਣਾ ਪਏਗਾ। ਈਦੀ ਅਮੀਨ ਦੇ ਪਿਤਾ ਕਿਸਾਨ ਸੀ ਅਤੇ ਇਸਲਾਮ ਧਰਮ ਦੇ ਅਨੁਯਾਈ ਸੀ ਤੇ ਇਸ ਦੀ ਮਾਂ ਲੋਗਬਾਰਾ ਜਨਜਾਤੀ ਦੀ ਸਦੱਸਿਆ ਸੀ। ਅਮੀਨ ਦੇ ਛੋਟੇ ਭਰਾ ਦਾ ਦਾਅਵਾ ਹੈ ਕਿ ਅਮੀਨ ਦਾ ਜਨਮ ਯੁਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਹੋਇਆ। ਈਦੀ ਅਮੀਨ ਆਪਣੇ 8 ਭੈਣ ਭਰਾਵਾਂ ਵਿੱਚੋਂ ਤੀਜੇ ਨੰਬਰ ਤੇ ਸੀ। ਅਮੀਨ ਨੇ ਸ਼ੁਰੂ ਵਿੱਚ ਹੀ ਕੁਝ ਸਿੱਖਿਆ ਲਈ ਪਰ ਇਹ ਖੇਡਾਂ ਵਿੱਚ ਅੱਗੇ ਸੀ। ਇਹ 6.5 ਫੁੱਟ ਲੰਬਾ ਅਤੇ ਮੋਟਾ ਆਦਮੀ ਸੀ। ਈਦੀ ਅਮੀਨ ਨੂੰ ਰਾਖਸ਼ ਕਹਿਣਾ ਕਿੰਨਾ ਠੀਕ ਹੈ ਇਹ ਅੱਗੇ ਦੀ ਵੀਡੀਓ ਦੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ। ਸਾਲ 1894 ਜਦੋਂ ਯੁਗਾਂਡਾ ਨੂੰ ਬ੍ਰਿਟਿਸ਼ ਸਰਕਾਰ ਨੇ ਆਪਦੇ ਅਧੀਨ ਸੁਰੱਖਿਆ ਕਰਨ ਦਾ ਫੈਸਲਾ ਕੀਤਾ, ਇੱਥੇ ਸੈਨਾ ਵੀ ਬ੍ਰਿਟਿਸ਼ ਸਰਕਾਰ ਦੀ ਹੀ ਸੀ। ਈਦੀ ਅਮੀਨ 1946 ਵਿੱਚ ਸਹਾਇਕ ਰਸੋਈਏ ਦੇ ਰੂਪ ਵਿੱਚ ਬ੍ਰਿਟਿਸ਼ ਸੈਨਾ ਦੀ ਕਿੰਗਸ ਅਫਰੀਕਨ ਰਾਈਫਲ ਸੈਨਾ ਵਿੱਚ ਸ਼ਾਮਿਲ ਹੋਇਆ। 1947 ਵਿੱਚ ਇਸ ਨੂੰ ਪੈਦਲ ਸੈਨਾ ਵਿੱਚ ਸ਼ਾਮਿਲ ਕਰ ਲਿਆ ਗਿਆ ਅਤੇ ਕੀਨੀਆ ਭੇਜਿਆ ਗਿਆ। 1949 ਵਿੱਚ ਇਸ ਦੀ ਟੁਕੜੀ ਨੂੰ ਸੋਮਾਲੀਆ ਤੈਨਾਤ ਕੀਤਾ ਗਿਆ ਅਤੇ 1952 ਵਿੱਚ ਇਸ ਦੀ ਬ੍ਰਿਗੇਡ ਨੂੰ ਕੀਨੀਆ ਵਿੱਚ ਮੋਮੋ ਵਿਦਰੋਹੀਆਂ ਖਿਲਾਫ ਤੈਨਾਤ ਕੀਤਾ ਗਿਆ ਅਤੇ ਅੰਤ ਵਿੱਚ 1953 ਵਿੱਚ ਈਦੀ ਅਮੀਨ ਨੂੰ ਸਾਰਜੈਂਟ ਦੇ ਰੂਪ ਵਿੱਚ ਪ੍ਰਮੋਸ਼ਨ ਦਿੱਤੀ ਗਈ। ਸਾਰਜੈਂਟ ਤੋਂ ਅੱਗੇ ਇਸ ਦਾ ਪ੍ਰਮੋਸ਼ਨ ਮੁਮਕਿਨ ਨਹੀਂ ਸੀ ਕਿਉਂਕਿ ਬ੍ਰਿਟਿਸ਼ ਕਲੋਨੀਅਲ ਆਰਮੀ ਵਿੱਚ ਸਾਰਜੈਂਟ ਦੀ ਪੋਸਟ ਤੋਂ ਵੱਡੀ ਹੋਰ ਵੀ ਕੋਈ ਪੋਸਟ ਨਹੀਂ ਦਿੱਤੀ ਜਾਂਦੀ ਅਫਰੀਕਨਸ ਨੂੰ। ਤੇ ਹੁਣ ਸਾਲ ਆ ਗਿਆ 1962 ਜਦੋਂ 2 ਅਕਤੂਬਰ ਨੂੰ ਯੁਗਾਂਡਾ ਆਜ਼ਾਦ ਹੋ ਗਿਆ ਬ੍ਰਿਟਿਸ਼ਰਸ ਤੋਂ। ਪੂਰਾ 1 ਸਾਲ ਰਾਜਨੀਤਿਕ ਗਤੀਵਿਧੀਆਂ ਚੱਲਣ ਤੋਂ ਬਾਅਦ ਯੁਗਾਂਡਾ ਦਾ ਪਹਿਲਾ ਪ੍ਰੈਜ਼ੀਡੈਂਟ ਬਣਦਾ ਹੈ ਫੈਡਰਿਕ ਐਡਵਰਡ ਸੈਕਿੰਡ ਅਤੇ 3 ਸਾਲ ਬਾਅਦ ਫਿਰ ਦੂਸਰਾ ਪ੍ਰੈਜ਼ੀਡੈਂਟ ਬਣਦਾ ਹੈ ਮਿਲਟਨ ਓਬੇਟੇ। ਇਹ ਮਿਲਟਨ ਦਾ ਹੀ ਸ਼ਾਸਨ ਸੀ ਜਦੋਂ ਈਦੀ ਅਮੀਨ ਸੈਨਿਕ ਪ੍ਰਮੁੱਖ ਦੇ ਰੂਪ ਵਿੱਚ ਯੁਗਾਂਡਾ ਵਿੱਚ ਉਭਰਦਾ ਹੈ ਅਤੇ ਮਿਲਟਨ ਓਬੇਟੇ ਦੇ ਸ਼ਾਸਨ ਦੌਰਾਨ ਹੀ ਈਦੀ ਅਮੀਨ ਕਮਾਂਡਰ ਇਨ ਚੀਫ ਦੀ ਪੋਸਟ ਤੱਕ ਪਹੁੰਚ ਗਿਆ ਸੀ ਅਤੇ ਇਹ ਯੁਗਾਂਡਾ ਵਿੱਚ ਆਰਮੀ ਦੀ ਸਭ ਤੋਂ ਵੱਡੀ ਪੋਸਟ ਮੰਨੀ ਜਾਂਦੀ ਹੈ। ਇਸ ਤੋਂ ਅੱਗੇ ਮਿਲਟਰੀ ਦੀ ਕੋਈ ਹੋਰ ਪੋਸਟ ਨਹੀਂ ਹੁੰਦੀ। ਈਦੀ ਅਮੀਨ ਪਹਿਲਾਂ ਬ੍ਰਿਗੇਡੀਅਰ ਜਨਰਲ ਫਿਰ ਮੇਜਰ ਜਨਰਲ ਦੇ ਅਹੁਦੇ ਤੇ ਬੈਠਾ। ਇਸ ਤਰ੍ਹਾਂ ਓਬੇਟੇ ਤੇ ਈਦੀ ਅਮੀਨ ਦੀਆਂ ਨਜ਼ਦੀਕੀਆਂ ਵਧਣ ਲੱਗੀਆਂ। ਦੋਵੇਂ ਇੱਕ ਦੂਜੇ ਦੇ ਪੱਕੇ ਸਾਥੀ ਮੰਨੇ ਜਾ ਰਹੇ ਸੀ ਪਰ ਈਦੀ ਅਮੀਨ ਦੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ। ਉਹ ਓਬੇਟੇ ਨੂੰ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ। ਇਹ ਖਬਰ ਜਦੋਂ ਓਬੇਟੇ ਨੂੰ ਮਿਲੀ ਤਾਂ ਉਹ ਈਦੀ ਤੋਂ ਦੂਰੀਆਂ ਬਣਾਉਣ ਲੱਗਾ। ਈਦੀ ਅਮੀਨ ਕੋਈ ਐਕਸ਼ਨ ਲੈਂਦਾ ਇਸ ਤੋਂ ਪਹਿਲਾਂ ਹੀ ਓਬੇਟੇ ਨੇ ਉਸ ਨੂੰ ਕੂਟਨੀਤੀ ਨਾਲ ਘੇਰਨਾ ਸ਼ੁਰੂ ਕਰ ਦਿੱਤਾ ਪਰ ਈਦੀ ਅਮੀਨ ਯੁਗਾਂਡਾ ਵਾਸੀਆਂ ਨੂੰ ਆਪਦੇ ਹੱਕ ਵਿੱਚ ਖੜਵਾਉਣ ਵਿੱਚ ਕਾਮਯਾਬ ਹੋ ਗਿਆ। ਜਿਵੇਂ ਹੀ ਯੁਗਾਂਡਾ ਦੇ ਲੋਕਾਂ ਦਾ ਸਾਥ ਈਦੀ ਨੂੰ ਮਿਲਿਆ ਉਵੇਂ ਹੀ ਈਦੀ ਨੇ ਓਬੇਟੇ ਦੀ ਖੂਫੀਆ ਪੁਲਿਸ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਯੁਗਾਂਡਾ ਦੀ ਅੱਧੀ ਜਨਸੰਖਿਆ ਈਦੀ ਨਾਲ ਜੁੜਨ ਲੱਗੀ ਸੀ। ਈਦੀ ਨੂੰ ਮਹਿਸੂਸ ਹੋਣ ਲੱਗਾ ਕਿ ਹੁਣ ਉਹ ਕੁਝ ਵੀ ਕਰੇਗਾ ਤਾਂ ਲੋਕ ਉਹਦਾ ਸਾਥ ਜ਼ਰੂਰ ਦੇਣਗੇ ਕਿਉਂਕਿ ਉਹ ਪਹਿਲਾਂ ਹੀ ਮਿਲਟਨ ਓਬੇਟੇ ਖਿਲਾਫ ਜਨਤਾ ਨੂੰ ਭੜਕਾ ਚੁੱਕਿਆ ਸੀ। ਸਾਲ 1971 ਵਿੱਚ ਮਿਲਟਨ ਓਬੇਟੇ ਰਾਜਨੀਤਿਕ ਦੌਰੇ ਤੇ ਸਿੰਗਾਪੁਰ ਗਏ ਹੋਏ ਸੀ ਤੇ ਉੱਥੋਂ ਮਿਲਟਨ ਨੇ ਯੁਗਾਂਡਾ ਦੀ ਮਿਲਟਰੀ ਨੂੰ ਇੱਕ ਮੈਸੇਜ ਭੇਜਿਆ ਕਿ ਈਦੀ ਅਮੀਨ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇ ਤੇ ਇਹ ਮੈਸੇਜ ਮਿਲਟਰੀ ਦੇ ਇੱਕ ਜੂਨੀਅਰ ਆਫੀਸਰ ਕੋਲ ਪੁੱਜਾ ਜੋ ਕਿ ਈਦੀ ਅਮੀਨ ਦਾ ਖਾਸ ਸੀ ਤੇ ਈਦੀ ਅਮੀਨ ਨੂੰ ਇਹ ਲੱਗਿਆ ਕਿ ਇਸ ਤਰ੍ਹਾਂ ਦਾ ਮੌਕਾ ਦੁਬਾਰਾ ਨਹੀਂ ਮਿਲਣ ਵਾਲਾ। ਈਦੀ ਅਮੀਨ ਸਭ ਤੋਂ ਵੱਡਾ ਆਫੀਸਰ ਤਾਂ ਸੀ ਹੀ, ਉਸਨੇ ਪੂਰੇ ਯੁਗਾਂਡਾ ਨੂੰ ਮਿਲਟਰੀ ਨਾਲ ਘੇਰ ਲਿਆ ਅਤੇ 에ਅਰਪੋਰਟ ਨੂੰ ਵੀ ਸੀਲ ਕਰ ਦਿੱਤਾ ਜਿੱਥੋਂ ਮਿਲਟਨ ਓਬੇਟੇ ਨੇ ਵਾਪਸ ਆਉਣਾ ਸੀ। ਤੇ ਜਦੋਂ ਇਹ ਖਬਰ ਮਿਲਟਨ ਓਬੇਟੇ ਨੂੰ ਪਤਾ ਚੱਲੀ ਤਾਂ ਉਹ ਵਾਪਸ ਯੁਗਾਂਡਾ ਆਇਆ ਹੀ ਨਹੀਂ ਸਗੋਂ ਨਾਲ ਦੇ ਲੱਗਦੇ ਦੇਸ਼ ਤੰਜ਼ਾਨੀਆ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤੇ ਈਦੀ ਅਮੀਨ ਨੇ ਆਪਦੀ ਜਨਤਾ ਨੂੰ ਇਹ ਦੱਸਿਆ ਕਿ ਜਦੋਂ ਤੱਕ ਇਲੈਕਸ਼ਨ ਨਹੀਂ ਹੋ ਜਾਂਦੇ ਉਹ ਹੀ ਯੁਗਾਂਡਾ ਦਾ ਤੀਸਰਾ ਰਾਸ਼ਟਰਪਤੀ ਰਹੇਗਾ। ਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਈਦੀ ਅਮੀਨ ਦੀ ਤਾਨਾਸ਼ਾਹੀ ਅਤੇ ਮੌਤ ਦਾ ਨੰਗਾ ਨਾਚ। ਰਾਸ਼ਟਰਪਤੀ ਬਣਦੇ ਹੀ ਈਦੀ ਅਮੀਨ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਜੋ ਮਿਲਟਨ ਓਬੇਟੇ ਦੇ ਹੱਕ ਵਿੱਚ ਸਨ। ਪਹਿਲੇ ਹੀ ਸਾਲ ਉਸਨੇ 9000 ਸੈਨਿਕ ਮਰਵਾ ਦਿੱਤੇ। ਈਦੀ ਦੀ ਤਾਨਾਸ਼ਾਹੀ ਤੇ ਚੱਲਦੇ ਯੁਗਾਂਡਾ ਦੀ ਅਰਥ ਵਿਵਸਥਾ ਵੀ ਡੋਲਣ ਲੱਗੀ ਤੇ ਇਹ ਈਦੀ ਲਈ ਸਭ ਤੋਂ ਵੱਡੀ ਸਮੱਸਿਆ ਹੋ ਸਕਦੀ ਸੀ ਪਰ ਈਦੀ ਅਮੀਨ ਨੇ ਇਸ ਦਾ ਵੀ ਹੱਲ ਲੱਭ ਲਿਆ। ਉਸਨੇ ਸਾਰੇ ਏਸ਼ੀਅਨ ਲੋਕਾਂ ਨੂੰ ਇਹ ਕਹਿ ਕੇ ਦੇਸ਼ ਛੱਡਣ ਦਾ ਫਰਮਾਨ ਦੇ ਦਿੱਤਾ ਕਿ ਉਹਨਾਂ ਕੋਲ ਯੁਗਾਂਡਾ ਦੀ ਨਾਗਰਿਕਤਾ ਨਹੀਂ ਹੈ ਤੇ ਇਸ ਲਿਹਾਜ਼ ਨਾਲ ਉਹਨਾਂ ਨੂੰ 90 ਦਿਨਾਂ ਦੇ
ਅੰਦਰ ਇਸ ਦੇਸ਼ ਨੂੰ ਛੱਡਣਾ ਪਵੇਗਾ। ਇਸ ਦੇ ਸਿੱਟੇ ਵਜੋਂ ਭਾਰਤ ਸਮੇਤ ਹੋਰ ਕਈ ਦੇਸ਼ਾਂ ਦੇ 80,000 ਤੋਂ ਵੱਧ ਲੋਕਾਂ ਨੂੰ ਯੁਗਾਂਡਾ ਛੱਡ ਕੇ ਜਾਣਾ ਪਿਆ। ਯੁਗਾਂਡਾ ਛੱਡਣ ਵਾਲਿਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਉਹ ਆਪਦੇ ਨਾਲ ਸਿਰਫ 2 ਬੈਗ ਹੀ ਲੈ ਕੇ ਜਾ ਸਕਦੇ ਹਨ ਤੇ ਉਹਨਾਂ ਬੈਗਾਂ ਵਿੱਚ ਸਿਰਫ ਉਹਨਾਂ ਦੇ ਕੱਪੜੇ ਹੋਣਗੇ, ਪੈਸੇ ਗਹਿਣੇ ਕੁਝ ਵੀ ਨਹੀਂ ਲੈ ਕੇ ਜਾ ਸਕਦੇ ਅਤੇ ਛੱਡ ਕੇ ਜਾਣ ਵਾਲਿਆਂ ਦੀ ਸਾਰੀ ਸੰਪत्ति ਹੁਣ ਯੁਗਾਂਡਾ ਸਰਕਾਰ ਦੀ ਹੈ। ਇਸ ਤੇ ਬਾਹਰਲਿਆਂ ਦਾ ਕੋਈ ਹੱਕ ਨਹੀਂ। ਉਸਨੇ ਆਪਣੀ ਪਸੰਦ ਦੀਆਂ ਕੁੜੀਆਂ ਨੂੰ ਨਾ ਤਾਂ ਸਿਰਫ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਬਲਕਿ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ। ਉਹ ਲੋਕਾਂ ਨੂੰ ਬੜੀ ਬੇਰਹਿਮੀ ਨਾਲ ਮਾਰਦਾ ਸੀ, ਲੋਕਾਂ ਨੂੰ ਜਿੰਦਾ ਜ਼ਮੀਨ ਵਿੱਚ ਗੱਡ ਦਿੰਦਾ ਸੀ। ਕਈ ਵਾਰ ਤਾਂ ਉਹ ਜਿੰਦਾ ਇਨਸਾਨ ਨੂੰ ਮਗਰਮੱਛ ਅੱਗੇ ਸੁੱਟ ਦਿੰਦਾ ਸੀ। ਈਦੀ ਅਮੀਨ ਦੇ ਹੱਥੋਂ ਮਰਨ ਵਾਲਿਆਂ ਵਿੱਚ ਆਮ ਜਨਤਾ ਤੋਂ ਇਲਾਵਾ ਮੰਤਰੀ, ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ, ਪੱਤਰਕਾਰ ਅਤੇ ਹੋਰ ਵੱਡੇ ਮੰਤਰੀ ਅਤੇ ਵਿਦੇਸ਼ੀ ਸ਼ਾਮਲ ਹਨ। ਕਈ ਜਗ੍ਹਾ ਤੇ ਪੂਰੇ ਦੇ ਪੂਰੇ ਪਿੰਡ ਹੀ ਖਤਮ ਕਰ ਦਿੱਤੇ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਨੀਲ ਨਦੀ ਵਿੱਚ ਬਹਾ ਦਿੰਦਾ ਸੀ। ਕੁਝ ਲੋਕ ਮੰਨਦੇ ਹਨ ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਆਦਮਖੋਰ ਈਦੀ ਅਮੀਨ ਬਾਰੇ ਤਾਂ ਉਦੋਂ ਪਤਾ ਚੱਲਿਆ ਜਦੋਂ ਡਾਕਟਰ ਕਿਬੋਰਿੰਗੋਟਾ ਜਦੋਂ ਫ੍ਰਿਜ ਵਿੱਚੋਂ ਪਾਣੀ ਲੈਣ ਗਿਆ ਅਤੇ ਉਹ ਦੇਖਦਾ ਹੈ ਕਿ ਫ੍ਰਿਜ ਵਿੱਚ ਇਨਸਾਨ ਦਾ ਸਿਰ ਅਤੇ ਮਾਂਸ ਰੱਖਿਆ ਹੋਇਆ ਹੈ। ਡਾਕਟਰ ਇਹ ਦੇਖ ਕੇ ਬੇਹੋਸ਼ ਹੋ ਜਾਂਦਾ ਹੈ ਅਤੇ ਜਦੋਂ ਹੋਸ਼ ਆਉਂਦਾ ਹੈ ਤਾਂ ਉਹ ਉੱਥੋਂ ਨਿਕਲ ਜਾਂਦਾ ਹੈ। ਈਦੀ ਅਮੀਨ ਦੀਆਂ ਕੁੱਲ 6 ਪਤਨੀਆਂ ਸੀ। ਉਹ ਵੀ ਇਸ ਤੋਂ ਬਹੁਤ ਪਰੇਸ਼ਾਨ ਸੀ ਅਤੇ ਉੱਥੋਂ ਭੱਜਣਾ ਚਾਹੁੰਦੀਆਂ ਸੀ। ਈਦੀ ਅਮੀਨ ਨੇ ਆਪਣੀ ਦੂਸਰੀ ਪਤਨੀ ਅਡੋਰਾ ਅਤੇ ਉਸ ਦੇ ਪ੍ਰੇਮੀ ਦੀ ਸਿਰਫ ਹੱਤਿਆ ਹੀ ਨਹੀਂ ਕੀਤੀ ਬਲਕਿ ਉਹਨਾਂ ਦਾ ਮਾंस ਵੀ ਖਾ ਗਿਆ ਸੀ। ਈਦੀ ਅਮੀਨ ਦੇ ਆਦਮਖੋਰ ਹੋਣ ਦਾ ਇੱਕ ਸਬੂਤ ਹੋਰ ਮਿਲਦਾ ਹੈ। ਇਹ ਸਾਲ 1975 ਦਾ ਸਾਲ ਸੀ ਜਦੋਂ ਈਦੀ ਅਮੀਨ ਯੁਗਾਂਡਾ ਦੇ ਚੀਫ ਜਸਟਿਸ ਤੋਂ ਨਾਰਾਜ਼ ਚੱਲ ਰਿਹਾ ਸੀ ਅਤੇ ਉਸ ਦੀ ਹੱਤਿਆ ਕਰਵਾ ਦਿੱਤੀ। ਹੱਤਿਆ ਤੋਂ ਬਾਅਦ ਪੋਸਟਮਾਰਟਮ ਦੀ ਕਾਰਵਾਈ ਚੱਲ ਹੀ ਰਹੀ ਸੀ ਕਿ ਉੱਥੇ ਈਦੀ ਅਮੀਨ ਆ ਗਿਆ ਅਤੇ ਉਸਨੇ ਡਾਕਟਰਾਂ ਨੂੰ ਕਮਰੇ ਤੋਂ ਬਾਹਰ ਜਾਣ ਲਈ ਕਿਹਾ ਅਤੇ ਲਗਭਗ 30 ਮਿੰਟ ਤੱਕ ਲਾਸ਼ ਨਾਲ ਹੀ ਇਕੱਲਾ ਬੈਠਾ ਰਿਹਾ। ਜਦੋਂ ਡਾਕਟਰ ਉਸ ਕਮਰੇ ਵਿੱਚ ਵਾਪਸ ਗਏ ਤਾਂ ਉਹ ਦੇਖਦੇ ਹਨ ਕਿ ਚੀਫ ਜਸਟਿਸ ਦੇ ਸਰੀਰ ਦੇ ਕੁਝ ਹਿੱਸੇ ਗਾਇਬ ਸੀ। ਉਸ ਦਾ ਗੁਰਦਾ, ਦਿਲ ਸਭ ਕੁਝ ਗਾਇਬ ਹੋ ਚੁੱਕੇ ਸੀ ਤੇ ਅੰਤ ਵਿੱਚ ਇਹ ਸਾਲ ਸੀ 1978 ਜਦੋਂ ਈਦੀ ਅਮੀਨ ਨੇ ਆਪਦੀ ਸੈਨਾ ਨੂੰ ਹੁਕਮ ਦਿੱਤਾ ਕਿ ਪੜੋਸੀ ਮੁਲਕ ਤੰਜ਼ਾਨੀਆ ਤੇ ਹਮਲਾ ਕੀਤਾ ਜਾਵੇ। ਨਾਲ ਹੀ ਈਦੀ ਨੇ ਆਪਦੇ ਦੋਸਤ ਕਰਨਲ ਗੱਦਾਫੀ ਤੋਂ ਮਦਦ ਮੰਗੀ। ਇਹ ਯੁੱਧ 6 ਮਹੀਨੇ ਤੱਕ ਚੱਲਿਆ। ਤੰਜ਼ਾਨੀਆ ਦੀ ਫੌਜ ਬਹਾਦਰੀ ਨਾਲ ਲੜੀ ਅਤੇ ਅੰਤ ਵਿੱਚ ਲੀਬੀਆ ਤੇ ਯੁਗਾਂਡਾ ਦੀਆਂ ਫੌਜਾਂ ਨੂੰ ਖਦੇੜ ਦਿੱਤਾ ਅਤੇ ਕੰਪਾਲਾ ਤੇ ਕਬਜ਼ਾ ਕਰ ਲਿਆ। ਕੰਪਾਲਾ ਯੁਗਾਂਡਾ ਦੀ ਰਾਜਧਾਨੀ ਹੈ ਪਰ ਇਹਦੇ ਚਲਦੇ ਈਦੀ ਅਮੀਨ ਯੁਗਾਂਡਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਤੇ ਉਹ ਲੀਬੀਆ ਪਹੁੰਚ ਗਿਆ। ਤਕਰੀਬਨ 2 ਸਾਲ ਤੱਕ ਲੀਬੀਆ ਵਿੱਚ ਕਰਨਲ ਗੱਦਾਫੀ ਕੋਲ ਹੀ ਰਹਿਣ ਤੋਂ ਬਾਅਦ ਈਦੀ ਅਮੀਨ ਸਾਊਦੀ ਅਰਬ ਚਲਾ ਗਿਆ ਪਰ ਉਸ ਤੋਂ ਬਾਅਦ ਪਬਲਿਕ ਲਾਈਫ ਵਿੱਚ ਉਸ ਦੀ ਕਦੇ ਵੀ ਕੋਈ ਖਬਰ ਨਹੀਂ ਆਈ। ਉਹ ਸਾਊਦੀ ਵਿੱਚ ਹੀ ਲੁਕ ਕੇ ਰਹਿੰਦਾ ਸੀ ਅਤੇ ਉਮਰ ਵੀ ਜ਼ਿਆਦਾ ਹੋ ਗਈ ਸੀ ਅਤੇ ਕਈ ਬਿਮਾਰੀਆਂ ਵੀ ਲੱਗ ਗਈਆਂ ਸੀ। 2003 ਵਿੱਚ ਉਸ ਦੀ ਚੌਥੀ ਪਤਨੀ ਨੇ ਦੱਸਿਆ ਕਿ ਈਦੀ ਅਮੀਨ ਨੂੰ ਕਿਡਨੀ ਦੀ ਸਮੱਸਿਆ ਹੈ ਅਤੇ ਉਹ ਆਪਦੇ ਮੁਲਕ ਵਾਪਸ ਆਉਣਾ ਚਾਹੁੰਦਾ ਹੈ ਅਤੇ ਉਸ ਸਮੇਂ ਦੇ ਯੁਗਾਂਡਾ ਦੇ ਰਾਸ਼ਟਰਪਤੀ ਨੇ ਇਹ ਕਿਹਾ ਕਿ ਈਦੀ ਅਮੀਨ ਨੂੰ ਉਸ ਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ ਅਤੇ ਫਿਰ 16 ਅਗਸਤ 2003 ਸਾਊਦੀ ਦੇ ਇੱਕ ਹਸਪੀਟਲ ਕਿੰਗ ਫੈਸਲ ਸਪੈਸ਼ਲਿਸਟ ਹਸਪੀਟਲ ਐਂਡ ਰਿਸਰਚ ਸੈਂਟਰ ਵਿੱਚ ਉਸ ਦੀ ਮੌਤ ਹੋ ਗਈ। ਸੋ ਇਹ ਸੀ ਜਾਣਕਾਰੀ ਦੁਨੀਆ ਦੇ ਸਭ ਤੋਂ ਖਤਰਨਾਕ ਤਾਨਾਸ਼ਾਹ ਬਾਰੇ। ਇਸ ਚੈਨਲ ਤੇ ਤੁਹਾਨੂੰ ਫੈਕਟ ਬੇਸਡ ਅਤੇ ਜਾਣਕਾਰੀ ਭਰਪੂਰ ਵੀਡੀਓਜ਼ ਮਿਲਦੀਆਂ ਰਹਿਣਗੀਆਂ। ਸਾਡੇ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰਕੇ ਘੰਟੀ ਨੂੰ ਔਨ ਕਰ ਲਓ ਤਾਂ ਜੋ ਹਰ ਇੱਕ ਵੀਡੀਓਜ਼ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ। ਧੰਨਵਾਦ।